ਅੱਜ ਅਸੀਂ ਡਿਸਕਸ ਕਰਾਂਗੇ ਆਸਾ ਦੀ ਵਾਰ ਦੀ 7ਵੀਂ ਪੌੜੀ 7th ਪੌੜੀ ਦਾ ਦੂਸਰਾ ਸ਼ਲੋਕ ਸੈਕੰਡ ਸ਼ਲੋਕ ਆਫ 7th ਪੌੜੀ ਐਜ਼ ਵੈਲ ਐਜ਼ ਦ ਪੌੜੀ. So the title of this second shlok is Mahla Pehla. Mahla Pehla means shlok by first Nanak ji. So if it's Mahla Duja, that means Guru Angad Sahib da shlok hai. If it's shlok Mahla Tija, that means it's the third Nanak. So this shlok is by the first Nanak, Sri Guru Nanak Sahib ji. So the first line of the shlok is Haume eha jaat hai, haume karm kama hai. Haume here is ego. Now remember one thing कि ego is the sense of self. अपने आप ਦਾ ਪਤਾ ਹੋਣਾ ਇਹਨੂੰ ego ਕਿਹਾ ਜਾਂਦਾ ਹੈ. ਮੈਂ ਕੌਣ ਹਾਂ, ਮੇਰੀ ਆਈਡੈਂਟੀਟੀ ਹੈ, ਉਹ ਮੇਰੀ ਪਹਿਚਾਣ ਹੈ, ਉਹ ਬੜੀ ਜ਼ਰੂਰੀ ਹੁੰਦੀ ਹੈ ਬੜੇ ਸਾਰੇ ਖੇਤਰਾਂ ਦੇ ਵਿੱਚ. ਤੋ ਆਪਣੇ ਆਪ ਨੂੰ ਪਛਾਣਨ ਵਾਸਤੇ ਅਸੀਂ ਵਰਡ ਯੂਜ਼ ਕਰਦੇ ਹਾਂ ਮੈਂ. ਬਟ ਬਹੁਤ ਵਾਰ ਤੁਸੀਂ ਸੁਣਿਆ ਅਸੀਂ ਕਹਿੰਦੇ ਇਹਦੇ 'ਚ ਮੈਂ ਬੜੀ ਹੈ. ਤੋ ਮੈਂ ਦਾ ਵੱਧ ਜਾਣਾ, ਦੈਟ ਇਨਫਲੇਟਿਡ ਈਗੋ, ਦੈਟਸ ਡੇਂਜਰਸ, ਦੈਟਸ ਡਿਜ਼ਾਸਟਰਸ. ਉਹਨੂੰ ਗੁਰਬਾਣੀ 'ਚ ਬਾਰ-ਬਾਰ ਕਿਹਾ ਕਿ ਇਸ ਤੋਂ ਬਚੋ. ਸੀ ਵਿਕਾਰ ਜਦੋਂ ਅਸੀਂ ਕਹਿੰਦੇ ਨਾ, ਦੇਰ ਆਰ ਸੋ ਮੈਨੀ ਵਿਕਾਰ ਵਾਇਸਿਸ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ. ਵਿਕਾਰ ਕੁਛ ਬਾਹਰੋਂ ਨਹੀਂ ਹੁੰਦੇ. ਵਿਕਾਰ ਇਜ਼ ਅ ਵਰਡ ਵਿਚ ਕਮਸ ਫਰੋਮ ਵਿਕ੍ਰਿਤੀ. ਵਿਕ੍ਰਿਤੀ ਮੀਨਸ ਡਿਸਟੋਰਸ਼ਨ. ਕਿਸੇ ਚੀਜ਼ ਦਾ ਖਰਾਬ ਹੋ ਜਾਣਾ ਉਹਨੂੰ ਕਹਿੰਦੇ ਨੇ ਵਿਕਾਰ. ਹੁਣ ਮੈਂ ਜੋ ਮੇਰੀ ਪਹਿਚਾਣ ਹੈ, ਮੇਰਾ ਨਾਮ ਹੈ ਕੁਛ, ਮੈਂ ਇਸ ਪਰਿਵਾਰ ਤੋਂ ਹਾਂ, ਮੈਂ ਇਸ ਜਗ੍ਹਾ ਰਹਿੰਦਾ ਹਾਂ, ਇਹ ਮੇਰੇ ਧੀਆਂ ਪੁੱਤਰ ਨੇ. ਦਿਸ ਇਜ਼ ਇੰਪੋਰਟੈਂਟ. ਇਹ ਬੜਾ ਜ਼ਰੂਰੀ ਹੁੰਦਾ ਜ਼ਿੰਦਗੀ ਵਿੱਚ ਆਪਣਾ ਪਤਾ ਹੋਣਾ, ਆਪਣੀ ਸਮਝ ਹੋਣਾ ਕਿ ਮੈਂ ਕੌਣ ਹਾਂ. ਪਰ ਜਦੋਂ ਸਿਰਫ ਮੈਂ ਹੀ ਮੈਂ ਹੋ ਜਾਏ, ਵੈਨ ਆਲ ਰਿਮੇਨਸ ਇਜ਼ ਲਾਈਕ ਮੀ, ਮਾਈ ਸੈਲਫ, ਆਈ, ਦੈਟ ਇਜ਼ ਇਨਫਲੇਟਿਡ ਈਗੋ, ਜਿਹਦੇ ਵਿੱਚ ਸੈਲਫਿਸ਼ਨੈਸ ਆ ਜਾਂਦੀ ਹੈ, ਸਵਾਰਥ ਆ ਜਾਂਦਾ ਹੈ, ਐਰੋਗੈਂਸ ਆ ਜਾਂਦੀ ਹੈ, ਆਕੜ ਆ ਜਾਂਦੀ ਹੈ. ਉਹ ਈਗੋ ਕੀ ਹੋ ਗਈ? ਉਹ ਵਿਕਾਰ ਹੋ ਗਿਆ, ਵਿਕ੍ਰਿਤੀ ਬਣ ਗਈ. ਤੋ ਆਪਣੇ ਆਪ ਦੀ ਸਮਝ, ਸੈਂਸ ਆਫ ਸੈਲਫ ਇਜ਼ ਗੁੱਡ, ਉਹ ਬੜੀ ਜ਼ਰੂਰੀ ਹੈ. ਬਟ ਜਦੋਂ ਸਿਰਫ ਮੈਂ ਹੀ ਰਹਿ ਜਾਏ ਕਿ ਮੈਂ ਹੀ ਚੰਗਾ ਬਾਕੀ ਸਭ ਮਾੜੇ, ਮੇਰਾ ਹੀ ਭਲਾ ਹੋਵੇ ਕਿਸੇ ਹੋਰ ਦਾ ਹੋਵੇ ਹੀ ਨਾ, ਆਲ ਯੂ ਥਿੰਕ ਇਜ਼ ਅਬਾਊਟ ਓਨ ਸੈਲਫ ਐਂਡ ਨਥਿੰਗ ਐਲਸ, ਫਿਰ ਉਹ ਡਿਸਟੋਰਸ਼ਨ ਹੋ ਗਈ, ਫਿਰ ਉਹ ਵਿਕਾਰ ਬਣ ਗਈ. ਉਹਦੇ ਬਾਰੇ ਇਹ ਸਾਰਾ ਸ਼ਲੋਕ ਹੈ. ਦੈਟ ਈਗੋ, ਉਹ ਹਾਂ ਮੈਂ, ਕਿ ਸਿਰਫ ਮੈਂ ਹੀ ਹਾਂ. That's a big disease, chronic disease. ਗੁਰਬਾਣੀ 'ਚ ਬਾਰ-ਬਾਰ ਇਹਨੂੰ ਸਮਝਾਇਆ ਹੋਇਆ ਹੈ. ਮਨ ਅੰਤਰ ਹਉਮੈ ਰੋਗ ਹੈ, ਭ੍ਰਮ ਭੂਲੇ ਸਾਕਤ ਦੁਰਜਨਾ. ਸੋ ਉਸੇ ਨੂੰ ਇਸ ਸ਼ਲੋਕ ਦੇ ਵਿੱਚ ਸਾਰਾ ਦੱਸਿਆ ਕਿ ਇਹਦੇ 'ਚ ਕੀ ਕੁਛ ਨਿਕਲਦਾ ਹੈ. ਸੋ ਹਉਮੈ ਹੋ ਗਈ ਈਗੋ, ਦੈਟ ਇਨਫਲੇਟਿਡ ਈਗੋ, ਜਿਹਦੇ 'ਚ ਸੈਲਫਿਸ਼ਨੈਸ ਹੈ, ਜਿਹਦੇ ਵਿੱਚ ਐਰੋਗੈਂਸ ਹੈ, ਜਿਹਦੇ 'ਚ ਆਕੜ ਹੈ, ਸਵਾਰਥ ਹੈ. ਅਤੇ ਇਸ ਈਗੋ ਦੇ ਵਿੱਚੋਂ ਹੀ, ਇਸ ਹਉਮੈ ਵਿੱਚੋਂ ਹੀ ਹੋਰ ਬੜੀਆਂ ਸਾਰੀਆਂ ਬਿਮਾਰੀਆਂ ਨਿਕਲ ਕੇ ਆਉਂਦੀਆਂ ਆ. ਗੁੱਸਾ, ਨਫ਼ਰਤ, ਈਰਖਾ, hatred, anger, jealousy, envy, all these vices, they come out of that same ego. They are born out of the same ego. ਇਸੇ ਤਰ੍ਹਾਂ ਹੀ ਸ਼ਿਕਾਇਤਾਂ, complaining, crying, desiring all the time, dissatisfaction, ਇਹ ਵੀ ਕਿੱਥੋਂ ਆ ਰਹੀ ਹੈ? ਈਗੋ ਤੋਂ. ਮੈਨੂੰ ਨਹੀਂ ਮਿਲਿਆ, ਤੋ ਰੋ ਰਿਹਾ, ਕੁਰਲਾ ਰਿਹਾ, ਸ਼ਿਕਾਇਤਾਂ ਕਰ ਰਿਹਾ. all that thing is associated with the same ego. That's why ਇਹਦੇ ਬਾਰੇ 2 ਸ਼ਲੋਕ ਨੇ 7ਵੀਂ ਪੌੜੀ ਦੇ ਵਿੱਚ. ਸੈਕੰਡ ਸ਼ਲੋਕ ਵੀ ਆਰ ਡਿਸਕਸਿੰਗ ਹੇਅਰ ਰਾਈਟ ਨਾਓ. ਸੋ ਹਉਮੈ ਇਜ਼ ਈਗੋ. ਜਾਤ ਹੋ ਗਈ, ਉਹ ਵਾਲੀ ਜਾਤ ਨਹੀਂ ਜੋ ਬਾਹਰ ਅਸੀਂ ਕਹਿੰਦੇ ਫਿਰਦੇ ਹਾਂ ਕਿ ਇਹਦੀ ਜਾਤ ਹੈ, ਵਾਲੀ ਇਹ ਜਾਤ, ਇਹ ਨਹੀਂ. ਜਾਤ ਹੈ ਨੇਚਰ, ਪ੍ਰਕਿਰਤੀ, ਉਹਦਾ ਜੋ ਸੁਭਾਅ ਬਣ ਗਿਆ ਹੈ, ਕੈਰੈਕਟਰ. ਹਉਮੈ ਦਾ ਸੁਭਾਅ ਕੀ ਹੈ? ਹਉਮੈ ਦੀ ਪ੍ਰਕਿਰਤੀ ਕੀ ਹੈ? ਹਉਮੈ ਦਾ ਨੇਚਰ ਕੀ ਹੈ? ਕਰਮ ਕਮਾ ਹੈ, ਐਕਸ਼ਨਸ. ਸੀ ਈਗੋ ਮੇਕਸ ਇਟ ਨੈਚੁਰਲ ਟੂ ਕਮਿਟ ਸੱਚ ਐਕਟਸ ਦੈਟ ਫੀਡ ਇਟ. ਹਉਮੈ ਜਿਹੜੀ ਹੈ ਨਾ, ਉਹਦੀ ਜਾਤ, ਉਹਦੀ ਪਹਿਚਾਣ, ਉਹਦਾ ਨੇਚਰ, ਉਹਦਾ ਕਿਰਦਾਰ ਇਹ ਹੈ ਕਿ ਸਾਡੇ ਲਈ ਇੱਕ ਨੈਚੁਰਲ ਹੋ ਜਾਂਦਾ, ਸਾਡੇ ਲਈ ਇੱਕ ਮਤਲਬ ਆਮ ਜਿਹੀ ਗੱਲ ਹੋ ਜਾਂਦੀ ਹੈ ਕਿ ਹਰ ਕੰਮ ਇਸ ਤਰ੍ਹਾਂ ਕਰਦੇ ਹਾਂ ਕਿ ਆਪਣੀ ਹਉਮੈ ਨੂੰ ਪੱਠੇ ਪਾ ਰਹੇ ਹੁੰਦੇ, ਉਹਨੂੰ ਸੈਟਿਸਫਾਈ ਕਰ ਰਹੇ ਹੁੰਦੇ. ਸੋ ਵਟ ਐਵਰ ਵੀ ਆਰ ਡੂਇੰਗ, ਵਟ ਐਵਰ ਐਕਸ਼ਨਸ ਵੀ ਆਰ ਕਮਿਟਿੰਗ, ਵੀ ਆਰ ਟਰਾਈਂਗ ਟੂ ਫੀਡ ਅਵਰ ਓਨ ਈਗੋ. ਦੈਟ ਬਿਕਮ ਸੋ ਨੈਚੁਰਲ ਟੂ ਅਸ. ਫਿਰ ਬੰਦਾ ਦਾਨ ਵੀ ਕਰ ਰਿਹਾ, ਚੈਰਿਟੀ ਵੀ ਕਰ ਰਿਹਾ, ਟਰਾਈਂਗ ਟੂ ਸੈਟਿਸਫਾਈ ਹਿਜ਼ ਓਨ ਈਗੋ. ਸੇਵਾ ਵੀ ਕਰ ਰਿਹਾ, ਟਰਾਈਂਗ ਟੂ ਸੈਟਿਸਫਾਈ ਹਿਜ਼ ਓਨ ਈਗੋ. ਇਜ਼ਨਟ ਇਟ? ਇੱਦਾਂ ਹੀ ਹੁੰਦਾ ਨਾ. ਤੋ ਪੜ੍ਹਾਈ ਵੀ ਕਰ ਰਿਹਾ ਆ, ਰੀਡਿੰਗ ਆਲ ਦੋਜ਼ ਸਪਿਰਿਚੁਅਲ ਟੈਕਸਟਸ ਐਜ਼ ਵੈਲ ਐਜ਼ ਬੁੱਕਸ ਔਰ ਅਕੈਡਮਿਕਸ, ਕੁਛ ਵੀ ਕਰ ਰਿਹਾ ਆ, ਫੀਡਿੰਗ ਹਿਜ਼ ਔਰ ਹਰ ਓਨ ਈਗੋ. ਜਿਵੇਂ ਅਸੀਂ ਅੱਗੇ ਆਸਾ ਦੀ ਵਾਰ 'ਚ ਵੀ ਪੜ੍ਹਾਂਗੇ ਕਿ ਇੱਕ ਪਰਮਾਤਮਾ ਦੀ ਸਮਝ ਤੋਂ ਬਿਨਾਂ, ਇੱਕ ਅੰਦਰਲੇ ਉਸ ਰੱਬ ਨੂੰ ਸਮਰਪਿਤ ਹੋਏ ਬਿਨਾਂ, ਵਿਦਆਊਟ ਸਬਮਿਟਿੰਗ ਟੂ ਦ ਇਨਰ ਡਿਵਾਈਨ, all other outer acts of acquiring more and more knowledge and ਹੋਰ ਜੋ ਵੀ ਧਰਮ ਦੇ ਕਰਮ ਹੋ ਜਾਂਦੇ ਨੇ, ਉਹ ਸਿਰਫ
ਹਉਮੈ ਨੂੰ ਪੱਠੇ ਪਾਉਣ ਜੋਗਾ ਹੀ ਬੰਦਾ ਰਹਿ ਜਾਂਦਾ। ਵੀ ਆਰ ਫੀਡਿੰਗ ਅਵਰ ਓਨ ਈਗੋ। So haume in ego, it becomes natural to us that all our acts we do are to feed it। ਅਸੀਂ ਉਸ ਈਗੋ ਨੂੰ ਹੀ ਫੀਡ ਕਰ ਰਹੇ ਹੁੰਦੇ, ਉਹਨੂੰ ਹੀ ਉਹਦਾ ਹੀ ਰੱਜ ਕਰਨ 'ਚ ਲੱਗੇ ਰਹਿ ਜਾਂਦੇ ਹਾਂ। ਅਗਲੀ ਪੰਕਤੀ ਦੇਖਿਓ ਜੀ, ਹਉਮੈ ਏਈ ਬੰਧਨਾ ਫਿਰ ਜੋਨੀ ਪਾਹੇ। ਸੋ ਜਦੋਂ ਵਰਡ ਜੋਨੀ ਆਉਂਦਾ ਸਾਨੂੰ ਯਾਦ ਆ ਜਾਂਦਾ 84 ਲੱਖ ਜੂਨੀ, ਐਂਡ ਵੀ ਸਟਾਰਟ ਥਿੰਕਿੰਗ ਦੈਟ ਜੋਨੀ ਇਜ਼ ਸਮਥਿੰਗ ਇਨਕਾਰਨੇਸ਼ਨਸ। ਸੋ ਆਈ ਐਮ ਅ ਹਿਊਮਨ ਰਾਈਟ ਨਾਓ, ਆਫਟਰ ਆਈ ਡਾਈ ਆਈ ਮੇ ਬਿਕਮ ਅ ਟਰੀ ਔਰ ਆਈ ਮੇ ਬਿਕਮ ਐਨ ਇਨਸੈਕਟ। ਉਹਦੀ ਗੱਲ ਨਹੀਂ ਹੋ ਰਹੀ ਇੱਥੇ। ਤੁਸੀਂ ਉਸ ਨੂੰ ਮੰਨਦੇ ਹੋ ਨਹੀਂ ਮੰਨਦੇ ਹੋ, ਦੈਟਸ ਅ ਟੋਟਲ ਡਿਫਰੈਂਟ ਥਿੰਗ। ਇਨ ਦਿਸ ਸ਼ਲੋਕ ਵੀ ਆਰ ਟਾਕਿੰਗ ਅਬਾਊਟ ਹਉਮੈ। ਅਤੇ ਉਸ ਹਉਮੈ ਕਰਕੇ ਕਿਹੜੀ ਜੂਨ 'ਚ ਅਸੀਂ ਪੈ ਰਹੇ ਹਾਂ ਵਾਈਲ ਅਲਾਈਵ। ਜਿਉਂਦੇ ਜੀ ਅਸੀਂ ਕਿਹੜੀਆਂ ਜੂਨਾਂ ਆਪਣੀ ਮੈਂ ਕਰਕੇ ਭੋਗਦੇ ਹਾਂ, ਉਹਦੇ ਬਾਰੇ ਗੱਲ ਹੋ ਰਹੀ ਹੈ। ਉਹ ਹੈਗੀ ਹੈ ਸਟੇਟ ਆਫ ਮਾਈਂਡ, ਸਾਡੇ ਮਨ ਦੀਆਂ ਅਵਸਥਾਵਾਂ। ਤੋ ਹਉਮੈ ਦੇ ਇਹੋ ਜਿਹੇ ਬੰਧਨ ਨੇ, ਬੰਧਨਾ ਬੌਂਡੇਜਿਸ, ਵੀ ਆਰ ਬਾਉਂਡ ਇਨ ਦੈਟ ਈਗੋ ਦੈਟ ਫਿਰ ਅਗੇਨ ਐਂਡ ਅਗੇਨ ਜੋਨੀ ਹੇਅਰ ਇਜ਼ ਐਮਬੋਡੀਮੈਂਟ, ਮੈਨੀਫੈਸਟੇਸ਼ਨ। ਤੋ ਜਿੰਨੇ ਵਿਕਾਰ ਨੇ ਸਾਡੇ ਮਾਈਂਡ ਦੇ ਅੰਦਰ, ਉਹਨਾਂ ਦੀ ਮੈਨੀਫੈਸਟੇਸ਼ਨ ਹੋਣ ਲੱਗ ਜਾਂਦੀ ਹੈ। ਜਿੰਨੇ ਅਲੱਗ-ਅਲੱਗ ਵਾਈਸਿਸ ਨੇ, ਦੇ ਗੈਟ ਮੈਨੀਫੈਸਟਡ ਇਨ ਅਵਰ ਮਾਈਂਡ। ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਉਸ ਹਉਮੈ ਕਰਕੇ ਉਹ 'ਚ ਅਸੀਂ ਇਹੋ ਜਿਹੇ ਵੱਧ ਜਾਂਦੇ ਹਾਂ ਦੈਟ ਅਸੀਂ, ਸਾਡੇ ਅੰਦਰ ਐਂਗਰ, ਗੁੱਸਾ ਆ ਜਾਂਦਾ ਹੈ ਕਿ ਮੈਨੂੰ ਨਹੀਂ ਬੁਲਾਇਆ, ਮੈਨੂੰ ਇੱਦਾਂ ਕਹਿ ਦਿੱਤਾ। ਇਸੇ ਤਰ੍ਹਾਂ ਹੀ ਹਉਮੈ ਕਰਕੇ ਹੀ ਬਹੁਤ ਸਾਰੇ ਹੋਰ ਵਿਕਾਰ ਨੇ, ਨਫ਼ਰਤ ਹੈ, ਈਰਖਾ ਹੈ, ਵੈਰ ਦੀ ਭਾਵਨਾ ਹੈ। So all these vices like hatred, anger, jealousy, envy, complaining, dissatisfaction, it all emerges, it all manifests in our mind because we are bound in that ego. See here, bound in ego, our mind manifests different vices again and again. ਉਸ ਜੂਨ 'ਚ ਪਿਆ ਰਹਿੰਦਾ। ਇਹਨੂੰ 84 ਲੱਖ ਜੂਨ ਕਹਿ ਲਓ। ਗੁਰਬਾਣੀ ਜਦੋਂ 84 ਲੱਖ ਦੀ ਗੱਲ ਆਉਂਦੀ ਹੈ, ਉਹ ਇਹਨਾਂ ਜੂਨਾਂ ਦੀ ਹੈ ਜੋ ਸਾਡੇ ਸਟੇਟ ਆਫ ਮਾਈਂਡ ਨੇ। ਵਾਈਲ ਅਲਾਈਵ ਅਸੀਂ ਉਹ 84 'ਚ ਪਏ ਰਹਿੰਦੇ ਹਾਂ ਲਗਾਤਾਰ। ਅਗਲੀ ਪੰਕਤੀ ਦੇਖਿਓ, ਹਉਮੈ ਕਿੱਥੋਂ ਊਪਜੈ ਕਿਤ ਸੰਜਮ ਇਹ ਜਾਏ। ਸੋ ਨਾਓ ਦ ਕੁਐਸਚਨ ਅਰਾਈਜ਼ਸ, ਇਹ ਹਉਮੈ, ਇਹ ਮੈਂ ਮੇਰੀ, ਆਲ ਦਿਸ ਆਈ ਮੀ ਮਾਈ ਸੈਲਫ, ਇਹ ਆਉਂਦਾ ਕਿੱਥੋਂ ਹੈ? ਵੇਅਰ ਡਜ਼ ਇਟ ਕਮ ਫਰੋਮ? ਊਪਜੈ ਕਮਸ ਫਰੋਮ, ਪੈਦਾ ਹੋਣਾ। ਸੰਜਮ ਹੋ ਗਿਆ ਐਫਰਟ, ਕੋਈ ਦਵਾਈ ਲੈਣੀ, ਕੋਈ ਉਪਾਅ ਕਰਨਾ, some way out, jai goes. So the question is, where this ego, this inflated ego, which accompanies all those vices, all that arrogance, selfishness, self-centeredness, where this ego comes from and how to eradicate it? Kit sanjam eh jaye, how to get rid of it? ਇਹ ਤੋਂ ਬਚਿਆ ਕਿਵੇਂ ਜਾਏ? ਅਗਲੀ ਪੰਕਤੀ ਦੇਖੋ, ਹਉਮੈ ਇਹੋ ਹੁਕਮ ਹੈ ਪਈਐ ਕਿਰਤ ਫਿਰਾਏ। ਗੁਰੂ ਨਾਨਕ ਸਾਹਿਬ ਇਸ ਨੂੰ ਹੋਰ ਅੱਗੇ ਖੋਲ੍ਹਦੇ ਨੇ, ਹੋਰ ਅੱਗੇ ਐਲੈਬੋਰੇਟ ਕਰਦੇ ਨੇ, ਅਤੇ ਉਹ ਕਹਿੰਦੇ ਨੇ ਹਉਮੈ ਜਿਹੜਾ ਆ ਨਾ, ਇਹਦਾ ਹੁਕਮ, ਇਹਦਾ ਰੂਲ, ਜਿਹੜਾ ਹਉਮੈ ਦਾ ਰੂਲ ਹੈ, ਜਿਹੜਾ ਇਹਦਾ ਲਾਅ ਹੈ, ਇਹਦਾ ਸਭ ਤੋਂ ਵੱਡਾ ਜਿਹੜਾ ਤੁਸੀਂ ਕਹਿ ਲਓ ਕਿ ਜ਼ੋਰ ਹੈ ਸਾਡੇ ਤੋਂ, ਇਹੋ ਜਿਹਾ ਆ ਕਿ ਪਏ ਕਿਰਤ ਫਿਰਾ ਹੈ। ਹਉਮੈ ਦਾ ਜ਼ੋਰ ਸਾਡੇ 'ਤੇ ਇਹੋ ਚੱਲਦਾ, ਇਹੋ ਜਿਹਾ ਹੁਕਮ ਚੱਲਦਾ ਹਉਮੈ ਦਾ, ਇਫ ਇਟਸ ਇਨ ਅਸ, ਦੈਟ ਅਸੀਂ ਉਹਦੇ ਉਸ ਕਿਰਤ ਵਿੱਚ ਪਏ ਰਹਿ ਜਾਂਦੇ ਹਾਂ ਲਗਾਤਾਰ, ਉਸ ਲੂਪ 'ਚ ਪੈ ਜਾਂਦੇ ਹਾਂ। ਵੀ ਰਿਮੇਨ ਇਨ ਦਾ ਲੂਪ, ਅਸੀਂ ਬਾਹਰ ਨਹੀਂ ਨਿਕਲ ਪਾਉਂਦੇ। Such is the rule, such is the power of ego, that our mind remains in the loop of doing only those things that are powered by ego. ਅਸੀਂ ਉਸ ਸਰਕਲ ਵਿੱਚ, ਉਸ ਚੱਕਰ ਦੇ ਵਿੱਚ, ਉਸ ਚੱਕਰਵਿਊਹ 'ਚ ਫਸ ਜਾਂਦੇ ਹਾਂ ਜਿੱਥੇ ਅਸੀਂ ਸਭ ਕੁਝ ਉਸ ਹਉਮੈ ਵਾਸਤੇ ਹੀ ਕਰਦੇ ਰਹਿ ਜਾਂਦੇ ਹਾਂ। ਇਹੋ ਜਿਹਾ ਜ਼ੋਰ ਹੈ, ਇੰਨੀ ਤਾਕਤ, ਇੰਨਾ ਹੁਕਮ ਉਹਦਾ ਸਾਡੇ 'ਤੇ ਚੱਲਦਾ ਹੈ, ਇਸ ਹਉਮੈ ਦਾ। ਅਗਲੀ ਪੰਕਤੀ ਗੁਰੂ ਨਾਨਕ ਸਾਹਿਬ ਫਰਮਾਨ ਕਰਦੇ, ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸ ਮਾਹੇ। ਦੀਰਘ ਮੀਨਸ ਬਿਗ, ਬਹੁਤ ਵੱਡਾ, ਸੀਰੀਅਸ, ਕਰੋਨਿਕ, ਇਹੋ ਜਿਹਾ ਰੋਗ ਹੈ, ਬਿਮਾਰੀ। ਰੋਗ ਹੋ ਗਿਆ ਡਿਜ਼ੀਜ਼, ਏਲਮੈਂਟ, ਬਿਮਾਰੀ। ਦਾਰੂ ਕਹਿੰਦੇ ਨੇ ਮੈਡੀਸਿਨ ਨੂੰ, ਰੈਮੇਡੀ, ਦਵਾਈ। ਇਸ ਮਾਹੇ, ਇਹਦੇ ਵਿੱਚ ਹੀ, ਇਨ ਇਟ। ਹੁਣ ਇਸ ਪੰਕਤੀ ਵਿੱਚ ਗੁਰੂ ਨਾਨਕ ਸਾਹਿਬ ਸਾਨੂੰ ਇੱਕ ਬੜੀ ਹੀ ਵੱਡੀ ਗੱਲ ਜਿਹੜੀ ਹੈ ਉਹ ਛੋਟੀ ਜਿਹੀ ਪੰਕਤੀ 'ਚ ਕਹਿ ਦਿੰਦੇ ਨੇ। ਸਮਝਣ ਦੀ ਲੋੜ ਸਾਨੂੰ ਹੈ। ਜਿੱਦਾਂ ਮੈਂ ਸ਼ੁਰੂ 'ਚ ਕਿਹਾ, ਈਗੋ ਇਜ਼ ਦਾ ਸੈਂਸ ਆਫ ਸੈਲਫ। ਮੈਂ ਕੌਣ ਹਾਂ, ਮੈਂ ਕਿੱਥੋਂ ਆਉਂਦਾ ਹਾਂ, ਮੇਰੀ ਕਿਹੜੀ ਭਾਸ਼ਾ ਹੈ, ਮੈਂ ਕਿਸ ਨੂੰ ਮੰਨਦਾ ਹਾਂ, ਮੈਂ ਕੀ ਪੜ੍ਹਦਾ ਹਾਂ, ਮੈਨੂੰ ਕੀ ਕਰਨਾ ਚਾਹੀਦਾ, ਇਹ ਵੀ ਈਗੋ ਹੈ, ਇਹ ਵੀ ਤਾਂ ਮੈਂ ਆ ਨਾ। ਪਰ ਇਹਦੀ ਸਮਝ ਰੱਖਣਾ ਚੰਗੀ ਗੱਲ ਹੈ, ਜ਼ਰੂਰੀ ਵੀ ਹੈ, ਇੰਪੋਰਟੈਂਟ ਵੀ ਹੈ, ਸਮਾਜ ਵਾਸਤੇ ਵੀ, ਮੇਰੀ ਆਪਣੀ ਲਾਈਫ ਵਾਸਤੇ ਵੀ। ਪਰ ਜਦੋਂ ਸਿਰਫ ਮੈਂ ਹੀ ਮੈਂ ਹੋ ਜਾਂਦਾ ਆ, ਉਹਨੂੰ ਵਿਕਾਰ ਕਿਹਾ ਜਾਂਦਾ, ਅਤੇ ਉਹ ਬੜੀ ਵੱਡੀ ਬਿਮਾਰੀ ਬਣ ਜਾਂਦੀ। ਜਿੱਦਾਂ ਅਸੀਂ ਪਿਛਲੀਆਂ ਪੰਕਤੀਆਂ 'ਚ ਦੇਖਿਆ
ਕਿ ਉਹ ਇਹੋ ਜਿਹਾ ਚੱਕਰ ਹੈ ਕਿ ਸਭ ਕੁਝ ਬੰਦਾ ਉਸ ਈਗੋ, ਉਸ ਹਉਮੈ ਪਿੱਛੇ ਹੀ ਕਰ ਰਿਹਾ ਹੁੰਦਾ। ਇਸ ਕਰਕੇ ਹਉਮੈ ਬਹੁਤ ਵੱਡਾ ਰੋਗ ਹੈ। ਈਗੋ ਇਜ਼ ਅ ਕ੍ਰੋਨਿਕ ਡਿਜ਼ੀਜ਼, ਬਟ ਦ ਮੈਡੀਸਿਨ, ਇਹਦੀ ਦਵਾਈ ਕੀ ਹੈ, ਇਹਦੀ ਰੈਮੇਡੀ ਕੀ ਹੈ, ਇਜ਼ ਆਲਸੋ ਵਿਦ ਇਨ ਇਟ। ਉਹ ਵੀ ਇਹਦੇ ਵਿੱਚ ਹੀ ਹੈ। ਉਹ ਕੀ ਹੈ? ਮੈਂ ਇਹਨੂੰ ਜਾਣ ਲੈਣਾ ਕਿ ਮੈਂ ਹਾਂ ਕੌਣ। ਇਸੇ ਕਰਕੇ ਗੁਰਬਾਣੀ 'ਚ ਬੇਅੰਤ ਐਸੇ ਸ਼ਬਦ ਆਏ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਦੇ ਹਾਂ ਇਹ ਜਾਣਨ ਲਈ ਕਿ ਮੈਂ ਹਾਂ ਕੌਣ। ਇੰਨੀ ਨਫ਼ਰਤ, ਇੰਨੀ ਈਰਖਾ, ਸੋ ਮਚ ਆਫ ਹੇਟਰੇਡ, ਐਨਵੀ, ਜੈਲਸੀ, ਸੋ ਮਚ ਆਫ ਵੈਂਜੈਂਸ, ਸੋ ਮਚ ਆਫ ਐਂਗਰ, ਇਹ ਲੈ ਕੇ ਮੈਂ ਕਿੱਥੇ ਜਾਵਾਂਗਾ? ਸੋ ਮਚ ਆਫ ਗਰੀਡ, ਇੰਨਾ ਲੋਭ, ਇੰਨਾ ਲਾਲਚ ਮੈਂ ਕਿਸ ਵਾਸਤੇ ਕਰ ਰਿਹਾ? ਜੇ ਮੈਨੂੰ ਆਪਣਾ ਪਤਾ ਹੋਵੇ, ਆਪਣਾ, ਜਦੋਂ ਗੁਰੂ ਸਾਹਿਬ ਦੀ ਬਾਣੀ ਪੜ੍ਹਾਂਗੇ, ਜਾਗ ਲੈ ਹੋ ਰੇ ਮਨਾ, ਜਾਗ ਲੈ ਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਵੀ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਇੰਨਾ ਕੁ ਹੈ ਤੂੰ ਕਿ ਇਹ ਜਿਹੜਾ ਸਰੀਰ ਤੇਰੇ ਨਾਲ ਪੈਦਾ ਹੋਇਆ ਇਹ ਵੀ ਨਾਲ ਨਹੀਂ ਜਾਣਾ। ਜਦੋਂ ਮੈਨੂੰ ਆਪਣੀ ਸਮਝ ਆ ਜਾਵੇ ਮੈਂ ਕੌਣ ਹਾਂ, ਮੈਂ ਇੱਥੇ ਕਿੰਨੀ ਕੁ ਦੇਰ ਹਾਂ, ਇਹ ਸਾਰੀ ਬਣ, ਜਦੋਂ ਤੁਸੀਂ 9ਵੇਂ ਮਹੱਲੇ ਦੇ ਸ਼ਲੋਕ ਪੜ੍ਹਦੇ ਹੋ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ, ਉਹ ਇਸ ਕਰਕੇ ਸੋ ਦੈਟ ਵੀ ਕੈਨ ਅੰਡਰਸਟੈਂਡ। ਜਦੋਂ ਗੁਰਬਾਣੀ 'ਚ ਫਿਜ਼ੀਕਲ ਡੈਥ ਦੀ ਗੱਲ ਆਉਂਦੀ ਹੈ ਜਾਂ ਇਸ ਗੱਲ ਦੀ ਜ਼ਿਕਰ ਆਉਂਦਾ, ਵੈਨ ਗੁਰਬਾਣੀ ਟਾਕਸ ਅਬਾਊਟ ਦ ਇੰਪਰਮਾਨੈਂਸ ਆਫ ਲਾਈਫ, ਉਹ ਤੁਹਾਡੇ 'ਚ ਕੋਈ ਨੈਗੇਟਿਵਿਟੀ ਪਾਉਣ ਲਈ ਨਹੀਂ ਹੈ ਕਿ ਤੁਸੀਂ ਡਰੋ ਕਿ ਕੁਛ ਕਰੋ ਹੀ ਨਾ ਪਈ, ਇੱਥੇ ਤਾਂ ਜ਼ਿੰਦਗੀ ਬਸ 4 ਦਿਨ ਦੀ ਹੈਗੀ, ਕੱਲ੍ਹ ਦਾ ਪਤਾ ਨਹੀਂ, ਹਰ ਜਪਦਿਆਂ ਖਿੰਡ ਢਿੱਲ ਨਾ ਕੀਜੇ ਮੇਰੀ ਜ਼ਿੰਦੜੀ, ਇਹ ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ, ਆਈ ਡੋਂਟ ਨੋ ਵੈਦਰ ਦ ਨੈਕਸਟ ਬ੍ਰੈਥ ਜਿਹੜੀ ਹੈ ਉਹ ਮੈਂ ਸਾਹ ਲੈਣਾ ਹੈ ਕਿ ਨਹੀਂ ਲੈਣਾ, ਤਾਂ ਮੈਂ ਸਭ ਕੁਝ ਛੱਡ ਦੇਵਾਂ। ਨਹੀਂ, ਇਸ ਕਰਕੇ ਨਹੀਂ ਹੈ। ਉਹ ਇਸ ਕਰਕੇ ਹੈ ਸੋ ਦੈਟ ਵੀ ਕੈਨ ਅੰਡਰਸਟੈਂਡ ਕਿ ਅਸੀਂ ਕੌਣ ਹਾਂ, ਅਸੀਂ ਕਿੱਥੇ ਤੱਕ ਹਾਂ, ਹੈ ਨਾ। ਜੈਸੇ ਜਲ ਤੇ ਬੁੱਧ ਬੁੱਧਾ, ਜਿਵੇਂ ਉਸ ਪਾਣੀ ਦੇ ਉੱਤੇ ਦੇयर इज अ बबल ऑफ वाटर ओवर दैट वाटर, ਉਪਜੈ ਬਿਨ ਸੈ ਨੀਤ। ਤਾਂ ਆਪਣੇ ਆਪ ਦੀ ਸਮਝ ਹੋਣਾ ਸਭ ਤੋਂ ਵੱਡੀ ਦਵਾਈ ਹੈ। ਜਿਸ ਦਿਨ ਮੈਨੂੰ ਇਹ ਸਮਝ ਆ ਜਾਵੇ ਕਿ ਆਈ ਐਮ ਜਸਟ ਅ ਵਿਜ਼ਿਟਰ ਔਨ ਦਿਸ ਪਲੈਨਟ, ਆਈ ਹੈਵ ਟੂ ਗੋ ਬੈਕ, ਜੋ ਉਪਜਿਓ ਸੋ ਬਿਨਸ ਹੈ, ਬਿਕੋਜ਼ ਆਈ ਐਮ ਬੋਰਨ ਆਈ ਹੈਵ ਟੂ ਡਾਈ ਟੂ। ਇਫ ਆਈ ਰਿਮੈਂਬਰ that death is certain and it can come any time, ਜੇ ਮੈਨੂੰ ਇਹ ਸਮਝ ਆ ਜਾਏ ਕਿ ਇਹ ਸਰੀਰ ਦਾ ਪਤਾ ਹੀ ਨਹੀਂ, ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਕ ਲੱਗ ਗਏ ਠਨਕਾ, ਫਿਰ ਉਹ ਸਾਰੀ ਮੈਂ, ਮੇਰੀ, ਆਏ, ਮੀ, ਮਾਈ ਸੈਲਫ, ਉਹ ਬਿਮਾਰੀ ਦੂਰ ਹੋ ਜਾਏਗੀ। ਫਿਰ ਉਹ ਜਿੰਨੇ ਉਹਦੇ ਨਾਲ ਜੁੜੇ ਹੋਏ ਵਿਕਾਰ ਨੇ, ਜੂਨੀਆਂ ਨੇ, ਹੈ ਨਾ, ਉਹ ਐਂਗਰ, ਉਹ ਲਾਲਚ, ਉਹ ਗੁੱਸਾ, ਉਹ ਨਫ਼ਰਤ, ਉਹ ਕਿੱਥੇ ਜਾਏਗੀ? ਕਿ ਮੈਂ ਕੀ ਕਰਨਾ ਇੰਨਾ ਸਭ ਕੁਝ ਕਰਕੇ, ਇੰਨੀ ਲੜਾਈ, ਇੰਨਾ ਝਗੜਾ ਕਿਸ ਗੱਲ ਦਾ? ਸੋ ਆਲਦੋ ਹਉਮੈ ਬੜਾ ਵੱਡਾ ਰੋਗ ਹੈ, ਪਰ ਦਵਾਈ ਵੀ ਇਹਦੇ ਵਿੱਚ ਹੀ ਹੈ ਕਿ ਮੈਂ ਜਾਣਾ ਕਿ ਮੈਂ ਕੌਣ ਹਾਂ, ਮੈਨੂੰ ਸਮਝ ਹੋਵੇ। ਅਸੀਂ ਲੜਦੇ ਤੇ ਨਫ਼ਰਤ ਤੇ ਵਿਕਾਰਾਂ 'ਚ ਪੈਂਦੇ ਹੀ ਉਦੋਂ ਹਾਂ, ਈਗੋ ਸਾਡੇ ਉੱਤੇ ਹਾਵੀ ਹੁੰਦੀ ਉਦੋਂ ਹੈ ਜਦੋਂ ਅਸੀਂ ਭੁੱਲ ਜਾਂਦੇ ਹਾਂ। ਇਸੇ ਨੂੰ ਗੁਰਬਾਣੀ 'ਚ ਕਿਹਾ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਆਪਣੇ ਆਪ ਨੂੰ ਭੁੱਲ ਜਾਂਦਾ ਹੈ, ਮੌਤ ਭੁੱਲ ਜਾਂਦੀ ਹੈ, ਫਿਰ ਇਹਨੂੰ ਬੋਲਣਾ ਭੁੱਲ ਜਾਂਦਾ ਹੈ। ਸੱਚ ਕਾਈਂਡ ਆਫ ਕ੍ਰੋਨਿਕ ਡਿਜ਼ੀਜ਼ ਇਜ਼ ਈਗੋ। ਈਗੋ ਇੰਨੀ ਭੈੜੀ ਬਿਮਾਰੀ ਹੈ ਕਿ ਬੰਦੇ ਨੂੰ ਬੋਲਣਾ ਭੁੱਲ ਗਿਆ, ਸਮਝ ਹੀ ਨਹੀਂ ਰਹੀ ਕਿ ਮੈਂ ਇੱਥੇ ਕਦੋਂ ਤੱਕ ਹਾਂ, ਮੈਂ ਹਾਂ ਕੌਣ। ਜਿੱਦਣ ਮੈਂ ਆਪਣੀ ਸਮਝ ਲੈ ਲਈ, ਜਿਸ ਨੂੰ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਸੀ, ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਜਦੋਂ ਅਸੀਂ ਆਪਣੇ ਆਪ ਨੂੰ ਜਾਣ ਲੈਂਦੇ ਹਾਂ, ਫਿਰ ਅਸੀਂ ਵੱਡੇ ਹੁੰਦੇ ਹਾਂ, ਫਿਰ ਇਸ ਬਿਮਾਰੀ ਤੋਂ ਦੂਰ ਹੋਇਆ ਜਾ ਸਕਦਾ। ਸੋ ਹਉਮੈ ਦੀਰਘ ਰੋਗ ਹੈ। ਈਗੋ ਇਜ਼ ਅ chronic disease, but the medicine, the remedy lies within it. ਅਗਲੀ ਪੰਕਤੀ ਦੇਖੋ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਹੁਣ ਪਰਮਾਤਮਾ ਤੇ ਹਮੇਸ਼ਾ ਕਿਰਪਾ ਕਰ ਰਿਹਾ ਹੈ, ਤਾਂ ਇਸ ਪੰਕਤੀ ਨੂੰ ਇੱਦਾਂ ਨਾ ਸੋਚੋ ਕਿ ਜੇ ਰੱਬ ਕਿਰਪਾ ਕਰੇਗਾ ਤੇ ਮੈਂ ਗੁਰੂ ਦਾ ਸ਼ਬਦ ਕਮਾ ਲਵਾਂਗਾ। ਪਰਮਾਤਮਾ ਹਰ ਵੇਲੇ ਕਿਰਪਾ ਕਰ ਰਿਹਾ। ਦ ਕ੍ਰੀਏਟਰ ਓਂਕਾਰ ਇਜ਼ ਆਲਵੇਜ਼ ਬਲੈਸਿੰਗ ਮੀ, ਮੇਰੇ ਅੰਦਰ ਹੈ। ਇਫ ਆਈ ਐਮ ਅਲਾਈਵ, that means ਉਹ ਜੋਤ ਮੇਰੇ ਅੰਦਰ ਹੈ। ਇਹ ਸ਼ਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਬਿਕੋਜ਼ that ਓਂਕਾਰ lives within me, that's why I'm alive, I'm breathing. So the blessing is already there. The creator ਓਂਕਾਰ is already within me. ਉਹ ਮੇਰੇ ਅੰਦਰ ਹੀ ਹੈ, ਮੈਂ ਕਿਤੇ ਲੱਭਣ ਨਹੀਂ ਜਾਣਾ। ਉਹਦੀ ਕਿਰਪਾ ਹੈ ਤੇ ਗੁਰੂ ਵੀ ਹਮੇਸ਼ਾ ਹੀ ਕਿਰਪਾ ਕਰ ਰਿਹਾ। ਗੁਰੂ ਦਾ ਗਿਆਨ ਮੈਨੂੰ ਮਿਲਿਆ ਹੋਇਆ ਆ। ਹੁਣ ਉਹ ਕਿਰਪਾ ਮੈਂ ਲੈਣੀ ਹੈ, ਮੈਂ ਉਸ ਕਿਰਪਾ ਨੂੰ ਆਪਣਾ ਬਣਾਉਣਾ ਹੈ, ਆਪਣਾ ਬਣਾਉਣਾ, ਅਪਣਾ ਲੈਣਾ। ਕਿਰਪਾ ਕਰੇ ਜੇ ਆਪਣੀ, ਜੇ ਮੈਂ ਰੱਬ ਦੀ ਕਿਰਪਾ ਨੂੰ ਅਪਣਾ ਲਵਾਂ ਤਾਂ ਕਿਰਪਾ ਹੋ ਗਈ ਬਲੈਸਿੰਗ। ਆਪਣੀ ਓਨ ਕਰ ਲੈਣਾ, ਅਡੋਪਟ ਕਰ ਲੈਣਾ, ਐਕਵਾਇਰ ਕਰ ਲੈਣਾ। ਪਰਮਾਤਮਾ ਸਦਾ ਹੀ ਸਾਡੇ ਅੰਦਰ ਹੈ, ਰਾਹ ਦੱਸ ਰਿਹਾ ਹੈ, ਪਰ ਅਸੀਂ ਉਹਦੀ ਕਿਰਪਾ ਲੈ ਹੀ ਨਹੀਂ ਰਹੇ। ਉਹ ਤਾਂ ਕਿਰਪਾ ਦੇ ਰਿਹਾ, ਕਰ ਰਿਹਾ ਹਮੇਸ਼ਾ। ਤਾਂ ਗੁਰੂ ਨਾਨਕ ਸਾਹਿਬ ਇੱਥੇ ਕਹਿ ਰਹੇ, ਜੇ ਮੈਂ ਉਸ ਦੀ ਕਿਰਪਾ ਲੈਣ ਲੱਗ ਜਾਵਾਂ ਤੇ ਮੈਨੂੰ ਸਮਝ ਆਵੇ ਕਿ ਮੈਂ ਕੌਣ ਹਾਂ,
मैं गुरु के शब्द ਨੂੰ उस ਗਿਆਨ ਨੂੰ ਆਪਣੇ ਅੰਦਰ ਉਤਾਰ ਸਕਦਾ ਹਾਂ ਜਿਹਦੇ ਨਾਲ ਮੇਰੇ ਅੰਦਰੋਂ ਉਸ ਹਉਮੈ ਦੇ ਰੋਗ ਨੂੰ ਮੁਕਾਇਆ ਜਾ ਸਕਦਾ। I can get rid of the chronic ailment of ego if I can acquire that blessing of that Oankar within to internalize divine wisdom। गुर का शब्द words of divine wisdom जो गुरु ज्ञान दे रहा है कमा है उसਨੂੰ इंटरनलाइज करना, ਉਹਨੂੰ एक्सरसाइज करना, इंप्लीमेंट करना, अमल ਵਿੱਚ ਲਿਆਉਣਾ। ਗਿਆਨ ਨੂੰ ਅਮਲ ਵਿੱਚ ਲਿਆਉਣਾ ਬੜਾ ਜ਼ਰੂਰੀ ਹੈ। ਸਤਿਗੁਰੂ ਇੱਥੇ ਦੱਸਦੇ ਨੇ ਆਫਟਰ ਅੰਡਰਸਟੈਂਡਿੰਗ ਵਟ ਐਮ ਆਈ, ਅਸਲੀ ਸੈਂਸ ਆਫ ਸੈਲਫ ਈਗੋ, ਮੈਨੂੰ ਸਮਝ ਹੋਵੇ ਕਿ ਮੈਂ ਕੌਣ ਹਾਂ, ਫਿਰ ਇਸ ਬਿਮਾਰੀ ਦਾ ਹੱਲ ਲੈਣ ਲਈ ਮੈਂ ਉੱਧਰ ਨੂੰ ਮੁੜਾਂਗਾ। ਫੇਰ ਕੇ ਅੱਗੇ ਰੱਖੀਏ, ਮੈਂ ਉਸ ਪਾਸੇ ਮੁੜਾਂਗਾ ਜਿੱਧਰ ਇਫ ਦ ਮਾਈਂਡ ਇੰਬਰੇਸਿਸ ਦ ਬਲੈਸਿੰਗਸ ਆਫ ਦ ਲਾਰਡ ਕ੍ਰੀਏਟਰ ਓੰਕਾਰ ਵਿਦਿਨ, ਜਦੋਂ ਮੈਂ ਆਪਣੇ ਅੰਦਰ ਬੈਠੇ ਉਸ ਪਰਮਾਤਮਾ ਦੀ ਕਿਰਪਾ ਨੂੰ ਅਪਣਾ ਲਵਾਂਗਾ, ਲੈ ਲਵਾਂਗਾ, ਉਸ ਵੇਲੇ ਸਾਡਾ ਮਨ ਜਿਹੜਾ ਹੈ ਗੁਰੂ ਦੇ ਸ਼ਬਦ ਉਸ ਗਿਆਨ ਨੂੰ ਇੰਟਰਨਲਾਈਜ਼ ਆਪਣੇ ਅੰਦਰ ਲੈ ਕੇ ਜਾਂਦਾ ਹੈ ਅਤੇ ਕਮਾਉਂਦਾ ਹੈ, ਅਮਲ ਵਿੱਚ ਲੈ ਕੇ ਆਉਂਦਾ ਹੈ, ਐਕਸ਼ਨ ਵਿੱਚ ਲੈ ਕੇ ਆਉਂਦਾ। ਇਟ ਇੰਟਰਨਲਾਈਜ਼ਸ ਐਂਡ ਐਕਸਰਸਾਈਜ਼ਸ ਦ ਵਰਡਸ ਆਫ ਵਿਜ਼ਡਮ। ਅਗਲੀ ਪੰਕਤੀ ਦੇਖੋ ਜੀ, ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਅਸੀਂ ਸਾਰੇ ਸੁਖੀ ਹੋਣਾ ਚਾਹੁੰਦੇ, ਅਸੀਂ ਸਾਰੇ ਚਾਹੁੰਦੇ ਕਿ ਸਾਡੇ ਜੀਵਨ 'ਚ ਦੁੱਖ ਨਾ ਹੋਵੇ। ਗੁਰੂ ਨਾਨਕ ਸਾਹਿਬ ਕਹਿ ਰਹੇ, ਮੈਂ ਤੁਹਾਨੂੰ ਦੱਸਦਾ ਕਿ ਦੁੱਖ ਕਿੱਦਾਂ ਜਾਂਦੇ ਨੇ, ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਕੀ ਹੈ। ਨਾਨਕ ਕਹੇ, ਨਾਨਕ ਇਹ ਕਹਿ ਰਿਹਾ, ਸੁਣੋ ਭਾਈ, ਇਤ ਸੰਜਮ, ਇਸ ਤਰੀਕੇ ਦੇ ਨਾਲ ਦੁੱਖ ਜਾਂਦੇ ਨੇ। ਸੁਣੋ, ਲਿਸਨ। ਜਨੋ, ਲਵਰਸ ਆਫ ਗੋਡ, ਅਸੀਂ ਸਾਰੇ ਆਪਣੇ ਆਪ ਨੂੰ ਪਰਮਾਤਮਾ ਦੇ ਪਿਆਰੇ ਮੰਨਦੇ ਹਾਂ, ਸੇਵਕ ਮੰਨਦੇ ਹਾਂ। ਇਤ ਸੰਜਮ, ਦਿਸ ਵੇ, ਸੰਜਮ ਐਫਰਟ ਵੇ, ਦੁੱਖ ਜਾਏ, ਸਫਰਿੰਗ ਐਂਡਸ। ਸਫਰਿੰਗ ਕਿੱਥੋਂ ਆ ਰਹੀ ਸੀ? ਕਿਉਂਕਿ ਅੰਦਰ ਬੜਾ ਵੱਡਾ ਰੋਗ ਸੀ, ਦੀਰਘ ਰੋਗ ਈਗੋ ਦਾ, ਮੈਂ। ਦੋਨੋਂ ਪਾਸੇ ਸਫਰਿੰਗ ਉਹਦੇ ਕਰਕੇ ਹੋ ਰਹੀ ਸੰਗਤ ਜੀ, ਦੋਨੋਂ ਪਾਸੇ। ਜਦੋਂ ਮੈਂ ਆਕੜ ਵਿੱਚ ਆ ਕੇ ਆਪਣੇ ਆਪ ਨੂੰ ਬੜਾ ਉੱਚਾ ਸਮਝਣ ਲੱਗ ਜਾਂਦਾ, ਉਦੋਂ ਵੀ ਮੈਂ ਅੰਦਰੋਂ ਦੁਖੀ ਹੁੰਦਾ ਹੈ ਕਿ ਫਲਾਣੇ ਨੇ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ, ਫਤਿਹ ਨਹੀਂ ਬੁਲਾਈ, ਮੈਂ ਪਰਿਵਾਰ ਦਾ ਵੱਡਾ ਸੀ, ਦੇ ਡਿਡਨਟ ਆਸਕ ਐਨੀ ਐਡਵਾਈਸ ਫਰਮ ਮੀ। ਤੋ ਜਦੋਂ ਕੁਛ ਮਿਲ ਜਾਂਦਾ ਹੈ ਉਦੋਂ ਵੀ ਜਿਹੜੀ ਈਗੋ, ਇਨਫਲੇਟਡ ਈਗੋ ਹੈ, ਉਹ ਸਾਨੂੰ ਅੰਦਰੋਂ ਦੁਖੀ ਕਰਦੀ ਹੈ। ਜਦੋਂ ਕੁਛ ਨਹੀਂ ਵੀ ਮਿਲਦਾ ਉਦੋਂ ਵੀ ਸਾਡੀ ਈਗੋ ਜਿਹੜੀ ਇਨਫੀਰੀਓਰਿਟੀ ਵਿੱਚ ਜਾ ਕੇ ਸਾਨੂੰ ਦੁਖੀ ਕਰਦੀ ਹੈ। ਸਾਰਿਆਂ ਨੂੰ ਮਿਲ ਗਿਆ, ਮੈਨੂੰ ਨਹੀਂ ਮਿਲਿਆ, ਪਤਾ ਨਹੀਂ ਰੱਬ ਮੇਰੇ ਤੋਂ ਕਿਉਂ ਨਾਰਾਜ਼ ਹੈ, ਪਤਾ ਨਹੀਂ ਸਾਰੇ ਮੈਨੂੰ ਹੀ ਬੁਰਾ ਕਿਉਂ ਕਹਿੰਦੇ ਨੇ, ਮੇਰੀ ਸ਼ਕਲ ਨਹੀਂ ਚੰਗੀ, ਮੇਰਾ ਲਾਈਫ ਨਹੀਂ ਚੰਗੀ, ਮੈਨੂੰ ਇਹ ਨਹੀਂ ਮਿਲਿਆ, ਉਹ ਨਹੀਂ ਮਿਲਿਆ। ਆਲ ਦੋਜ਼ ਕੰਪਲੇਨਸ ਐਂਡ ਐਵਰੀਥਿੰਗ, ਆਲ ਦੈਟ ਡਿਸਸੈਟਿਸਫੈਕਸ਼ਨ, ਉਹ ਬੇਸਬਰੀ ਅੰਦਰ ਦੀ, ਉਹ ਸੰਤੋਖ ਦਾ ਆਉਣਾ ਹੀ ਨਹੀਂ ਅੰਦਰ, ਇਹ ਸਾਰੇ ਦੁੱਖ ਜਿਹੜੇ ਨੇ ਮੈਂ ਕਰਕੇ ਤੇ ਨੇ। ਮੈਂ ਵੱਡਾ ਜਾਂ ਮੈਂ ਛੋਟਾ, ਮੈਂ ਸੋਹਣਾ ਜਾਂ ਮੈਂ ਬਦਸੂਰਤ, ਸਾਰੇ ਉਸ ਕਰਕੇ ਅੰਦਰ ਦੁੱਖ ਪੈਦਾ ਹੋ ਰਹੇ ਨੇ। ਆਲ ਦੈਟ ਸਫਰਿੰਗ ਵਿਚ ਹੈਜ਼ ਬੀਨ ਕ੍ਰੀਏਟਡ ਬਾਏ ਦ ਈਗੋ, ਉਹ ਉਦੋਂ ਜਾਂਦੀ ਹੈ ਜਦੋਂ ਅਸੀਂ ਉਸ ਪਰਮਾਤਮਾ ਦੀ ਕਿਰਪਾ ਲੈਣ ਲੱਗ ਜਾਂਦੇ ਹਾਂ, ਉਹਨੂੰ ਅਪਣਾਉਣ ਲੱਗ ਜਾਂਦੇ ਜਿਹੜਾ ਸਾਡੇ ਅੰਦਰ ਹੈ, ਅਤੇ ਫਿਰ ਅਸੀਂ ਗੁਰੂ ਦੇ ਗਿਆਨ ਨੂੰ ਆਪਣੀ ਲਾਈਫ ਦੇ ਵਿੱਚ ਅਮਲ ਵਿੱਚ ਲਿਆਉਣ ਲੱਗ ਜਾਂਦੇ ਹਾਂ, ਕਮਾਉਣ ਲੱਗ ਜਾਂਦੇ ਹਾਂ। ਸੀ ਹੈ, ਦਿਸ ਇਜ਼ ਦ ਵੇ ਹਾਊ ਟੂ ਐਂਡ ਦ ਸਫਰਿੰਗ ਬ੍ਰੌਟ ਅਪੋਨ ਬਾਏ ਈਗੋ। ਈਗੋ ਜਿਹੜੀ ਕਰੋਨਿਕ ਡਿਜ਼ੀਜ਼ ਸੀ, ਦੀਰਘ ਰੋਗ ਸੀ, ਉਹਦੇ ਨਾਲ ਜਿਹੜੇ ਸਾਡੇ ਅੰਦਰ ਦੁੱਖ ਪੈਦਾ ਹੋ ਰਹੇ ਨੇ, ਉਹਨਾਂ ਤੋਂ ਬਚਣ ਦਾ ਤਰੀਕਾ ਹੀ ਇਹੀ ਹੈ। ਹੁਣ ਇਸ ਸ਼ਲੋਕ ਨਾਲ ਜੁੜੀ ਹੋਈ 7ਵੀਂ ਪੌੜੀ ਆਸਾ ਦੀ ਵਾਰ, ਅਸੀਂ ਉਹਨੂੰ ਵੀ ਵਿਚਾਰ ਲੈਂਦੇ ਹਾਂ। ਪੌੜੀ, ਜਿਵੇਂ ਮੈਂ ਪਹਿਲਾਂ ਵੀ ਬੜੀ ਵਾਰ ਕਿਹਾ, ਪੌੜੀ ਇਜ਼ ਅ ਸਟੈਂਜ਼ਾ ਆਫ ਨੋਰਮਲੀ 4.5 ਲਾਈਨਸ ਦੀ ਹੁੰਦੀ ਹੈ। ਗੁਰਬਾਣੀ 'ਚ ਲੰਮੀਆਂ ਪੌੜੀਆਂ ਵੀ ਹੈਗੀਆਂ ਨੇ। ਸੋ ਸਟੈਂਜ਼ਾ ਆਫ ਦਾ ਵਾਰ, ਐਂਡ ਦਿਸ ਪੌੜੀ ਇਜ਼ ਬਾਏ ਗੁਰੂ ਨਾਨਕ ਸਾਹਿਬ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ। ਸੇਵ, ਸੇਵਾ ਕਰਨਾ, ਸਰਵ। ਗੁਰੂ ਦੀ ਸੇਵਾ ਕਿੱਦਾਂ ਹੋਏਗੀ? ਗੁਰੂ ਤਾਂ ਸ਼ਬਦ ਹੈ, ਗੁਰੂ ਦਾ ਗਿਆਨ ਹੈ, ਪਰਮਾਤਮਾ ਸਾਡੇ। ਸੇਵਾ ਕਿੱਦਾਂ ਹੋਏਗੀ? ਟੂ ਇੰਟਰਨਲਾਈਜ਼ ਦ ਟੀਚਿੰਗਸ, ਉਹਦੇ ਗਿਆਨ ਨੂੰ ਆਪਣੇ ਅੰਦਰ ਲੈ ਕੇ ਜਾਣਾ ਅਤੇ ਅਮਲ ਵਿੱਚ ਲਿਆਉਣਾ, ਇਹੀ ਸੇਵਾ ਆ। ਸੰਤੋਖੀ, ਸੰਤੋਖ ਵਿੱਚ ਆ ਜਾਣ ਵਾਲੇ, ਕੰਟੈਂਟਡ ਵਨਸ, ਸਬਰ ਹੈ ਜਿਨ੍ਹਾਂ 'ਚ। ਜਿਨ੍ਹਾਂ 'ਚ ਸਬਰ ਨਹੀਂ, ਉਹਨਾਂ ਨੂੰ ਕੁਛ ਮਿਲ ਗਿਆ ਤਾਂ ਉਹ ਐਰੋਗੈਂਸ ਵਿੱਚ ਆ ਗਏ, ਉਹਨਾਂ ਨੂੰ ਕੁਛ ਨਹੀਂ ਮਿਲਿਆ ਅਤੇ ਉਹ ਬੁਜ਼ਦਿਲ ਕਾਇਰ ਬਣ ਗਏ ਕਿ ਨਹੀਂ, ਸਾਡੀ ਜ਼ਿੰਦਗੀ 'ਚ ਕੁਛ ਰੱਖਿਆ ਹੀ ਨਹੀਂ। ਬੋਥ ਸਾਈਡਸ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਦੋਨੋਂ ਕੇਸਿਸ ਵਿੱਚ ਉਹ ਮੈਂ, ਮੇਰੀ ਜਿਹੜੀ ਹੈ ਉਹੀ ਦੁਖੀ ਕਰ ਰਹੀ ਹੈ। ਤਾਂ ਜਿਹੜੇ ਸਬਰ 'ਚ ਆ ਗਏ, ਜਦੋਂ ਕੁਛ ਮਿਲ ਗਿਆ ਤਾਂ ਵੀ ਆਨੰਦ 'ਚ, ਨਹੀਂ ਮਿਲਿਆ ਤਾਂ ਵੀ ਆਨੰਦ। ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ। ਜੇ ਭੁੱਖ ਦੇਹ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਜਿਹੜਾ ਰੱਜ ਗਿਆ, ਜਿਹੜਾ ਬਜ਼ੁਰਗ ਕਿਆ ਕਰਦੇ ਸੀ ਕਿ ਜਿਹੜਾ ਰੱਜ ਗਿਆ ਉਹ ਰਾਜਾ, ਜਿਹੜਾ ਭੁੱਖਾ ਉਹ ਭੁਖਾਰੀ।
ਸੋ ਜਿਹੜਾ ਹਰ ਵੇਲੇ ਭੁੱਖਾ ਹੈ, ਉਹਦੀ ਭੁੱਖ ਹੀ ਨਹੀਂ ਮਿਟ ਰਹੀ, ਸਭ ਕੁਝ ਮਿਲਣ ਤੋਂ ਬਾਅਦ ਵੀ ਉਹ ਸਟਿਲ ਹੰਗਰੀ, ਉਹ ਤਾਂ ਭਿਖਾਰੀ ਹੈ, ਬੈਗਰ ਹੈ। ਪਰ ਜਿਹਨੂੰ ਰੱਜ ਹੈ, ਜਿਹਨੂੰ ਸੰਤੋਖ ਹੈ, ਸਬਰ ਹੈ, ਉਹਨੂੰ ਕੁਝ ਮਿਲਿਆ ਜਾਂ ਨਹੀਂ ਮਿਲਿਆ, ਉਹ ਰਾਜਾ ਹੁੰਦਾ ਹੈ। ਸੱਚੋ ਸੱਚ, ਦ ਟਰੁਥਫੁਲ ਵਨ, ਉਹ ਕ੍ਰੀਏਟਰ ਸਤਿਨਾਮ ਜਿਹੜਾ ਸਾਡੇ ਅੰਦਰ ਹੈ, ਧਿਆਇਆ, ਫੋਕਸ ਕਰ ਲੈਣਾ, ਧਿਆਨ ਉੱਧਰ ਨੂੰ ਕਰ ਲੈਣਾ। ਦ ਕੰਟੈਂਟਡ ਵਨਸ, ਜਿਨ੍ਹਾਂ ਨੇ ਆਪਣੀ ਲਾਈਫ 'ਚ ਸੰਤੋਖ ਲੈ ਆਂਦਾ, ਸਬਰ ਲੈ ਆਂਦਾ, ਹੂ ਟਰਾਂਸੈਂਡਡ ਈਗੋ, ਹਉਮੈ ਤੋਂ ਉੱਠ ਕੇ ਜਿਹੜੇ ਸਬਰ ਵਿੱਚ ਆ ਗਏ, ਉਹੀ ਉਸ ਪ੍ਰਮਾਤਮਾ ਦੀ ਸੇਵਾ ਕਰਦੇ ਨੇ। ਸਰਵ ਦ ਲਾਰਡ ਦ ਇਨਰ ਡਿਵਾਈਨ ਬਾਈ ਫੋਕਸਿੰਗ ਔਨ ਦ ਇਨਰ ਡਿਵਾਈਨ। ਉਹਨਾਂ ਦਾ ਧਿਆਨ ਉਸ ਪ੍ਰਮਾਤਮਾ ਵੱਲ ਹੁੰਦਾ ਜਿਹੜਾ ਅੰਦਰ ਬੈਠਾ ਹੈ, ਉਹੀ ਉਹਦੀ ਸੇਵਾ ਕਰ ਪਾਉਂਦੇ ਨੇ, ਸੇਵਾ ਉਹਦੇ ਹੁਕਮ ਵਿੱਚ ਆਉਂਦੇ ਨੇ। ਅਤੇ ਗੱਲ ਸਾਰੀ ਹੁਕਮ ਦੀ ਹੈ, ਹੁਕਮ ਰਜ਼ਾਈਂ ਚੱਲਣਾ ਨਾਨਕ ਲਿਖਿਆ ਨਾਲ। ਤਾਂ ਉਸ ਦੇ ਹੁਕਮ ਨੂੰ ਮੰਨਣਾ, ਉਸ ਨੂੰ ਇੰਟਰਨਲਾਈਜ਼ ਕਰਕੇ ਅਮਲ ਵਿੱਚ ਲਿਆਉਣਾ, ਉਹੀ ਕਰ ਸਕਦੇ ਆ ਜਿਹੜੇ ਸੰਤੋਖ ਵਿੱਚ ਆਏ, ਸਬਰ ਵਿੱਚ ਆਏ। ਅਗਲੀ ਪੰਕਤੀ ਦੇਖੋ, ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਦੋਜ਼ ਕੰਟੈਂਟਡ ਵਨਸ, ਜਿਨ੍ਹਾਂ ਦੇ ਅੰਦਰ ਸਬਰ ਹੈ, ਜਿਨ੍ਹਾਂ ਦੀ ਮੈਂ ਮੇਰੀ ਵਾਲਾ ਰੋਗ ਖਤਮ ਹੋ ਗਿਆ ਗੁਰੂ ਦੇ ਗਿਆਨ ਦੇ ਨਾਲ। ਦੋਜ਼ ਹੂ ਸਬਮਿਟਡ ਟੂ ਦ ਇਨਰ ਲਾਰਡ ਐਂਡ ਗॉट ਰਿਡ ਆਫ ਆਲ ਦੈਟ ਡਿਸਸੈਟਿਸਫੈਕਸ਼ਨ ਬੋਰਨ ਆਊਟ ਆਫ ਈਗੋ, ਉਨੀ ਮੰਦੇ ਪੈਰ ਨਾ ਰੱਖਿਓ। ਉਹਨਾਂ ਨੇ, ਦੇ ਮੰਦੇ ਪੈਰ, ਮੰਦੇ ਪਾਸੇ ਪੈਰ ਰੱਖਣਾ, ਬੁਰਾਈ ਵੱਲ ਪੈਰ ਰੱਖਣਾ। ਫੁੱਟ ਟੂਵਰਡਸ ਈਵਲ, ਉਸ ਪਾਸੇ ਜਾਣ ਵਾਲਾ ਰਸਤਾ। ਸੁਕ੍ਰਿਤ ਹੋ ਗਿਆ ਚੰਗਾ, ਚੰਗੇ ਕਰਮ, ਗੁੱਡ ਵਰਚੂਅਸ ਐਕਟਸ। ਧਰਮ ਹੁੰਦਾ ਆ ਜਿਹੜਾ ਸਹੀ ਕੰਮ ਹੈ, ਉਹਨੂੰ ਕਹਿੰਦੇ ਨੇ ਧਰਮ। ਕਿਸੇ ਵੀ ਰਿਸ਼ਤੇ ਦੇ ਵਿੱਚ ਕਿਹੜਾ ਕੰਮ ਕਰਨਾ ਚਾਹੀਦਾ ਹੈ, ਉਹਨੂੰ ਕਹਿੰਦੇ ਨੇ ਧਰਮ, ਉਸ ਰਿਸ਼ਤੇ ਦਾ। ਤਾਂ ਧਰਮ ਹੋ ਗਿਆ ਦ ਰਾਈਟ ਥਿੰਗ ਟੂ ਡੂ, ਰਾਈਚਸਨੈਸ। ਦੇ ਨੈਵਰ ਗੋ ਟੂਵਰਡਸ ਈਵਲ, ਦ ਕੰਟੈਂਟਡ ਵਨਸ, ਸਬਰ ਵਾਲੇ, ਸੰਤੋਖ ਵਾਲੇ, ਜਿਨ੍ਹਾਂ ਨੇ ਹਉਮੈ ਤੋਂ ਪੱਲਾ ਛੁਡਾ ਲਿਆ, ਉਹ ਕਦੀ ਵੀ ਮੰਦੇ ਪਾਸੇ ਨਹੀਂ ਜਾਂਦੇ। ਫਿਰ ਉਹਨਾਂ ਦਾ ਮਨ ਉਸ ਪਾਸੇ ਦਾ ਨਹੀਂ ਹੈ। ਐਂਡ ਆਲਵੇਜ਼ ਐਕਟ ਫॉर ਗੁੱਡਨੈਸ, ਕਰ ਸੁਕ੍ਰਿਤ, ਹਮੇਸ਼ਾ ਚੰਗੇ ਕਰਮ ਕਰਦੇ ਨੇ, ਚੰਗਿਆਈ ਵੱਲ ਜਾਂਦੇ ਨੇ। ਇੰਟਰਨਲਾਈਜ਼ਿੰਗ ਰਾਈਚਸਨੈਸ, ਜੋ ਸਹੀ ਹੈ ਉਹੀ ਕਰਦੇ ਨੇ। ਧਰਮ ਕਮਾਇਆ। ਅਗਲੀ ਪੰਕਤੀ ਦੇਖੋ, ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵ ਹੈ ਚੜ੍ਹੇ ਸਵਾਇਆ। ਹੇ ਪ੍ਰਮਾਤਮਾ, ਤੂੰ ਮੇਰੇ ਅੰਦਰ ਹੀ ਹੈ, ਯੂ ਆਰ ਆਲਵੇਜ਼ ਵਿਦ ਇਨ ਮੀ। ਤੂੰ ਹੀ ਮੇਰੇ 'ਤੇ ਬਖਸ਼ਿਸ਼ਾਂ ਕਰਨ ਵਾਲਾ ਹੈ, ਗ੍ਰੇਸਫੁਲ। ਤੂੰ ਹਮੇਸ਼ਾ ਮੈਨੂੰ ਸਪੋਰਟ ਕਰਦਾ ਹੈ, ਮੈਨੂੰ ਰਾਹ ਦੱਸ ਰਿਹਾ, ਬਖਸ਼ਿਸ਼, ਕਿਰਪਾ। ਯੂ ਆਰ ਆਲਵੇਜ਼ ਬਲੈਸਿੰਗ ਮੀ ਵਿਦ ਦ ਡਿਵਾਈਨ ਗਾਈਡੈਂਸ ਫਰਮ ਵਿਦਿਨ। ਤੂੰ ਹਮੇਸ਼ਾ ਉਸ ਹੁਕਮ ਦੇ ਨਾਲ, ਰੱਬੀ ਹੁਕਮ, ਉਸ ਰੱਬੀ ਗਿਆਨ ਦੇ ਨਾਲ ਮੈਨੂੰ ਬਖਸ਼ਿਸ਼ ਕਰ ਰਿਹਾ ਹੈ। ਜੋ ਤੂੰ ਨਿੱਤ ਮੈਨੂੰ ਦੇ ਰਿਹਾ, ਨਿੱਤ ਦੇਵੇ, ਲਗਾਤਾਰ। ਕਦੀ ਇਹ ਨਹੀਂ ਕਿ ਹਾਂ ਕੱਲ ਤੂੰ ਮੇਰੀ ਗੱਲ ਨਹੀਂ ਸੀ ਮੰਨੀ, ਅੱਜ ਮੈਂ ਤੈਨੂੰ ਰਾਹ ਨਹੀਂ ਦੱਸਣਾ। ਆਲਵੇਜ਼ ਵਿਦ ਇਨ ਮੀ, ਗਾਈਡਿੰਗ ਮੀ ਕੰਟੀਨਿਊਸਲੀ, ਨਿੱਤ, ਹਮੇਸ਼ਾ, ਆਲਵੇਜ਼ ਪ੍ਰੋਵਾਈਡਿੰਗ ਵਿਦ ਦੈਟ ਗਾਈਡੈਂਸ। ਚੜ੍ਹੇ ਸਵਾਇਆ, ਉਹਦੇ ਕਰਕੇ ਹੀ ਮੇਰੇ ਅੰਦਰ ਫਲਰਿਸ਼ ਹੈ, ਮੈਂ ਫਲਰਿਸ਼ ਕਰਦਾ ਹਾਂ, ਸਵਾਇਆ ਦੂਣਾ, ਅੱਗੇ ਵੱਧਦਾ ਹਾਂ। ਤੋ ਸਾਡੀ ਦਿਨ ਦੂਣੀ ਰਾਤ ਚੌਗਣੀ ਤਰੱਕੀ ਅੰਦਰਲੀ ਸ਼ਾਂਤੀ ਵੱਲ, ਸਚਿਆਰੇ ਹੋਣ ਵੱਲ, ਚੰਗੇ ਹੋਣ ਵੱਲ, ਗੁੱਡਨੈਸ ਵੱਲ ਉਦੋਂ ਹੁੰਦੀ ਹੈ ਜਦੋਂ ਅਸੀਂ ਉਸ ਪਰਮਾਤਮਾ ਦੇ ਹੁਕਮ ਵਿੱਚ ਆ ਜਾਂਦੇ। ਵੈਨ ਵੀ ਸਬਮਿਟ ਟੂ ਦ ਇਨਰ ਡਿਵਾਈਨ, ਵੀ ਫਲਰਿਸ਼ ਮੈਨੀਫੋਲਡ ਫਰਮ ਵਿਦਿਨ। ਸੀ ਹੇਅਰ, ਯੂ ਆਰ ਦ ਗ੍ਰੇਟ ਪ੍ਰੋਵਾਈਡਰ, ਓ ਲਾਰਡ, ਓ ਪਰਮਾਤਮਾ, ਦ ਡਿਵਾਈਨ ਵਿਦਿਨ ਅਸ, ਦ ਇੱਕ ਓੰਕਾਰ ਸਤਨਾਮ। ਇਨ ਯੋਰ ਗ੍ਰੇਸ, ਤੇਰੀ ਕਿਰਪਾ ਦੇ ਵਿੱਚ ਹੀ ਵੀ ਆਲਵੇਜ਼ ਫਲਰਿਸ਼, ਮੈਂ ਹਮੇਸ਼ਾ ਸੁੱਖ ਵੱਲ, ਅੰਦਰਲੀ ਸ਼ਾਂਤੀ ਵੱਲ ਵੱਧਦਾ ਹਾਂ, ਬਾਹਰੋਂ ਨਹੀਂ। ਬਾਹਰੋਂ ਕਦੀ ਸੁੱਖ ਸ਼ਾਂਤੀ ਨਹੀਂ ਆ ਪਾਉਂਦੇ, ਕਿਉਂਕਿ ਉੱਥੇ ਇੱਕ ਰੇਸ ਲੱਗ ਜਾਂਦੀ ਹੈ ਮੇਰੀ ਈਗੋ ਕਰਕੇ, ਮੇਰੀ ਹਉਮੈ ਕਰਕੇ। ਉਹ ਐਸੀ ਬਿਮਾਰੀ ਹੈ, ਉਹ ਕਹਿੰਦੀ ਕਿ ਅੱਜ ਇੰਨਾ ਮਿਲਿਆ, ਕੱਲ੍ਹ ਇਸ ਤੋਂ ਵੱਧ ਮਿਲੇ। ਗਵਾਂਢੀ ਦਾ ਆ ਛੋਟਾ ਘਰ ਮੇਰੇ ਨਾਲੋਂ ਵੱਡਾ ਘਰ ਬਣ ਗਿਆ, ਹੁਣ ਮੇਰਾ ਉਸ ਤੋਂ ਵੱਡਾ ਬਣੇ। ਦੈਟ ਰੇਸ ਇਜ਼ ਬਿਕੋਜ਼ ਆਫ ਦੈਟ ਈਗੋ, ਦੈਟ ਦੀਰਘ ਰੋਗ, ਉਸ ਕਰੋਨਿਕ ਡਿਜ਼ੀਜ਼ ਕਰਕੇ। ਪਰ ਜਿੱਦਾਂ ਹੀ ਸਬਰ ਆਉਂਦਾ ਹੈ, ਫਿਰ ਮਨ ਇਹ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ, ਤੇਰੀ ਕਿਰਪਾ ਕਰਕੇ ਹੀ ਮੈਂ ਨਿੱਤ ਉਸ ਸ਼ਾਂਤੀ ਵੱਲ ਵੱਧ ਰਿਹਾ ਹਾਂ, ਅੰਦਰ ਚੰਗਿਆਈ ਵੱਲ ਵੱਧ ਰਿਹਾ ਹਾਂ, ਟੂਵਰਡਸ ਗੁੱਡਨੈਸ, ਟੂਵਰਡਸ ਧਰਮ, ਟੂਵਰਡਸ ਪੀਸ, ਟੂਵਰਡਸ ਇਨਰ ਪਿਓਰਿਟੀ ਐਂਡ ਕੰਟੈਂਟਮੈਂਟ। ਮੇਰੇ ਅੰਦਰ ਉਹ ਚੜ੍ਹੇ ਸਵਾਇਆ, ਅੰਦਰੋਂ ਮੈਨੀਫੋਲਡ ਗਰੋ ਕਰਦੇ ਨੇ ਉਹ ਵਰਚੂਜ਼, ਜਿਨ੍ਹਾਂ ਕਰਕੇ ਜੀਵਨ 'ਚ ਸੁੱਖ ਹੈ। ਵਡਿਆਈ, ਵੱਡਾ ਪਾਇਆ। ਇਸ ਵਡਿਆਈ ਦੇ ਨਾਲ ਵੱਡਾ ਪ੍ਰਮਾਤਮਾ, ਉਹਨੂੰ ਪਾਇਆ ਜਾਂਦਾ ਹੈ, ਉਹਨੂੰ ਅਸੀਂ ਪ੍ਰਾਪਤ ਕਰਦੇ ਹਾਂ। ਵਡਿਆਈ, ਗ੍ਰੇਟਨੈਸ, ਵੱਡਾ, ਗ੍ਰੇਟ ਲਾਰਡ, ਦੈਟ ਕ੍ਰੀਏਟਰ, ਰਾਮ, ਅੱਲਾ, ਖੁਦਾ, ਵਾਹਿਗੁਰੂ, ਜੋ ਵੀ ਉਹਨੂੰ ਕਹੀਏ, ਪਾਇਆ, ਫਾਊਂਡ, ਆਈ ਵੁੱਡ ਸੇ ਰੀਅਲਾਈਜ਼ਡ। ਸੋ ਥਰੂ ਦ ਗ੍ਰੇਟਨੈਸ ਆਫ ਕੰਟੈਂਟਮੈਂਟ ਐਂਡ ਸਬਮਿਸ਼ਨ ਟੂ ਦ ਇਨਰ ਡਿਵਾਈਨ, ਜਦੋਂ ਅਸੀਂ ਉਸ ਪ੍ਰਮਾਤਮਾ ਨੂੰ ਸਮਰਪਿਤ ਹੁੰਦੇ ਹਾਂ, ਉਸ ਦੀ ਵਡਿਆਈ ਦੇ ਨਾਲ ਜਿਹੜਾ ਅੰਦਰ ਸੰਤੋਖ,
ਆਉਂਦਾ ਹੈ, ਉਹੀ ਸਾਨੂੰ ਉਸ ਪ੍ਰਮਾਤਮਾ ਨਾਲ ਮਿਲਾਉਂਦਾ ਹੈ। ਵੀ ਰੀਅਲਾਈਜ਼ ਦ ਗ੍ਰੇਟ ਲਾਰਡ ਦੈਟ ਇੱਕ ਓੰਕਾਰ ਵਿਦਿਨ, ਉਹਦੇ ਨਾਲ ਹੀ ਸਾਨੂੰ ਆਪਣੇ ਅੰਦਰੋਂ ਮਿਲਦਾ ਹੈ। ਜਦੋਂ ਤੱਕ ਮੈਂ ਮੇਰੀ ਇੱਕ ਵੱਡਾ ਵਿਕਾਰ, ਇੱਕ ਰੋਗ ਰਹਿੰਦਾ ਹੈ, ਅਸੀਂ ਹਮੇਸ਼ਾ ਦੁਖੀ ਰਹਿੰਦੇ ਹਾਂ, ਕਿਉਂਕਿ ਉਸ ਮੈਂ ਮੇਰੀ ਈਗੋ ਦੇ ਨਾਲ ਜੁੜੇ ਹੋਏ ਬਹੁਤ ਸਾਰੀਆਂ ਜੂਨੀਆਂ ਸਟੇਟ ਆਫ ਮਾਈਂਡ ਸਾਡੇ ਕ੍ਰੀਏਟ ਹੁੰਦੇ ਇਨ ਦੋਜ਼ ਵਾਈਸਿਸ, ਐਂਗਰ, ਐਨਵੀ, ਜੈਲਸੀ, ਹੇਟਰੇਡ, ਗਰੀਡ, ਲਸਟ, all those things, discontentment and everything। ਪਰ as soon as ਸਾਨੂੰ ਉਹ ਸਮਝ ਆਉਂਦੀ ਹੈ ਗੁਰੂ ਦੇ ਸ਼ਬਦ ਦੇ ਨਾਲ ਕਿ ਮੈਂ ਕੌਣ ਹਾਂ, as soon as we get rid of that ego and come towards contentment, ਸਬਰ ਸੰਤੋਖ ਵੱਲ ਆਉਂਦੇ ਹਾਂ, ਫਿਰ ਜੀਵਨ ਵਿੱਚ ਸੁੱਖ ਆਉਣੇ ਸ਼ੁਰੂ ਹੁੰਦੇ ਨੇ। ਚੜ੍ਹੇ ਸਵਾਇਆ ਦੂਣੀ ਚੌਣੀ ਅੱਗੇ ਜਾ ਕੇ ਜਿਹੜੇ ਅੰਦਰ ਸੁੱਖ ਸ਼ਾਂਤੀ ਮਨ ਦੇ ਅੰਦਰ ਬਣਦੀ ਹੈ, ਫਿਰ ਹੀ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸੋ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਅਸੀਂ ਆਸਾ ਦੀ ਵਾਰ ਦੀ ਵਿਚਾਰ ਨਾਲ ਜੁੜਦੇ ਰਹੀਏ ਜੀ। ਚੈਨਲ ਨੂੰ ਸਬਸਕ੍ਰਾਈਬ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।